गुड मॉर्निंग स्टूडेंट। बीएड वाले स्टूडेंट्स का सबजैक्ट चल रहा सी करिकुलम डिवेलपमेंट। बीएड सैकेंड समैसटर का ही सबजैक्ट है। ਉਹਦੇ ਵਿੱਚ ਆਪਾਂ ਕਾफ़ੀ ਸਾਰੇ ਟੌਪਿਕ ਰੋਜੇ ਕਵਰ ਕਰ ਲਿਆ। ਅੱਜ ਜਿਹੜਾ ਆਪਾਂ ਟੌਪਿਕ ਕਰਨਾ ਦੈਟ ਇਜ਼ ਇੰਟੀਗ੍ਰੇਸ਼ਨ ਆਫ ਸਕੂਲ ਕਰਿਕੂਲਮ ਵਿਦ ਫਿਊਰਿਸਟਿਕ ਨੀਡਸ ਐਂਡ ਵੋਕੇਸ਼ਨਲ ਬਲੈਸ ਐਂਡ ਸਕਿੱਲਸ ਡਿਵੈਲਪਮੈਂਟ ਕਰਿਕੂਲਮ। ਸਕੂਲੀ ਪਾਠਕ੍ਰਮ ਅਤੇ ਭਵਿੱਖਤ ਲੋੜਾਂ, ਕਿੱਤਾਮੁਖੀ ਭੇਦਭਾਵ ਅਤੇ ਕੌਸ਼ਲ ਵਿਕਾਸ ਪਾਠਕ੍ਰਮ ਦਾ ਏਕੀਕਰਨ। ਤਾਂ ਦੇਖਦੇ ਹਾਂ ਅੱਜ ਇਸ ਟੌਪਿਕ ਦੇ ਵਿੱਚ ਕੀ ਹੈ, ਕਵਰ ਕਰਾਂਗੇ ਰਜੇ ਅੱਜ ਸਾਰਾ ਜਿੰਨਾ ਵੀ ਆਪਣਾ ਟੌਪਿਕ ਹੈਗਾ। ਕਹਿੰਦੇ ਪਾਠਕ੍ਰਮ ਏਕੀਕਰਨ ਤੋਂ ਕੀ ਭਾਵ ਹੁੰਦਾ ਹੈ। ਪਾਠਕ੍ਰਮ ਏਕੀਕਰਨ ਦਾ ਮਤਲਬ ਹੈ ਜਦੋਂ ਵਿਭਿੰਨ ਪ੍ਰਕਾਰ ਦੀਆਂ ਜਦੋਂ ਬਿਲਕੁਲ ਅਲੱਗ-ਅਲੱਗ ਕਿਰਿਆਵਾਂ ਨੂੰ ਆਪਾਂ ਇਕੱਠੇ ਮਿਲਾ ਕੇ ਕਿਸੇ ਕਲਾਸ ਦੇ ਵਿੱਚ ਗਿਆਨ ਪ੍ਰਦਾਨ ਕਰਦੇ ਹਾਂ, ਉਹਨੂੰ ਕਹਿੰਦੇ ਆ ਪਾਠਕ੍ਰਮ ਦਾ ਏਕੀਕਰਨ। ਫੋਰ ਐਗਜ਼ਾਮਪਲ ਕੁਝ ਟੌਪਿਕ ਆਪਣੇ ਇਹੋ ਜਿਹੇ ਹੁੰਦੇ ਆ ਜਿਹੜੇ ਮੈਥਸ ਅਤੇ ਸਾਇੰਸ ਦੇ ਕੰਬਾਈਨ ਮਤਲਬ ਇਕੱਠੇ ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ, ਜਾਂ ਮੈਥ ਜਾਂ SST ਦੇ ਕੁਝ ਟੌਪਿਕ ਜਿਹਨਾਂ ਨੂੰ ਆਪਾਂ ਇਕੱਠੇ ਸਮਝਾ ਸਕਦੇ ਹਾਂ। ਤਾਂ ਉਹਨਾਂ ਕਲਾਸਿਸ ਦੀ ਆਪਾਂ ਕੀ ਕਰ ਸਕਦੇ ਹਾਂ, ਏਕੀਕਰਨ ਕਰ ਸਕਦੇ ਹਾਂ। ਉਹਨਾਂ ਕਲਾਸਿਸ ਨੂੰ ਕੰਬਾਈਨ ਕਰਕੇ ਉਸ ਤੋਂ ਬਾਅਦ ਬੱਚੇ ਨੂੰ ਐਜੂਕੇਸ਼ਨ ਦੇ ਸਕਦੇ ਹਾਂ। ਇੱਥੇ ਤੁਹਾਡੀ ਬੁੱਕ ਦੇ ਵਿੱਚ ਇਹਨਾਂ ਨੇ ਇੱਕ ਉਦਾਹਰਨ ਲਿੱਤੀ ਹੋਈ ਹੈ, ਐਗਜ਼ਾਮਪਲ ਲਿੱਤੀ ਹੋਈ, ਜਿਹਦੇ ਵਿੱਚ ਕਹਿੰਦੇ ਗਣਿਤ ਜਾਂ ਸਮਾਜਿਕ ਅਧਿਐਨ ਦੇ ਵਿਸ਼ਿਆਂ ਨੂੰ ਆਮ ਤੌਰ 'ਤੇ ਆਪਾਂ ਵੱਖਰੇ ਵੱਖਰੇ ਪੜ੍ਹਾਉਂਦੇ ਹਾਂ, ਲੇਕਿਨ ਵੱਖਰਾ ਪੜ੍ਹਾਉਣ ਦੀ ਬਜਾਏ ਆਪਾਂ ਇਕੱਠਾ ਵੀ ਪੜ੍ਹਾ ਸਕਦੇ ਹਾਂ। ਜਿਵੇਂ ਸਮੁੰਦਰ ਦੀ ਗਹਿਰਾਈ ਮਾਪਣ ਲਈ ਜਿਵੇਂ ਆਪਾਂ ਦੱਸਣਾ ਬੱਚੇ ਨੂੰ, ਤਾਂ ਉਹਦੇ ਵਿੱਚ ਗਣਿਤ ਦੇ ਫਾਰਮੂਲੇ ਵੀ ਲਗਾਉਣੇ। ਉਸ ਤੋਂ ਇਲਾਵਾ ਕਿਹੜੇ ਕਿਹੜੇ ਏਰੀਏ ਸਮੁੰਦਰ ਦੇ ਨੇੜੇ ਹੈਗੇ ਆ, ਉਹਦੇ ਵਿੱਚ ਆਪਾਂ ਮਤਲਬ ਆਪਣੀ ਜੀਗ੍ਰਾਫੀਕਲ ਕੰਡੀਸ਼ਨ ਬਾਰੇ ਦੱਸ ਦਾਂਗੇ। ਤਾਂ ਇਸ ਤਰ੍ਹਾਂ ਦੀ ਜਦੋਂ ਬੱਚਿਆਂ ਨੂੰ ਨੌਲੇਜ ਦੇਣੀ ਹੈ ਤਾਂ ਕਲਾਸ ਨੂੰ ਏਕੀਕਰਨ ਕਰਕੇ ਇਕੱਠਿਤ ਕਰਕੇ ਆਪਾਂ ਦੋ ਵਿਸ਼ਿਆਂ ਨੂੰ ਇਕੱਠੇ ਪੜ੍ਹਾ ਸਕਦੇ ਹਾਂ। ਇਹਨੂੰ ਆਪਾਂ ਕੀ ਕਰਨੇ ਆ, ਏਕੀਕਰਨ ਕਹਿੰਦੇ ਹਾਂ। ਏਕੀਕ੍ਰਿਤ ਸਕੂਲੀ ਪਾਠਕ੍ਰਮ ਦੀ ਲੋੜ ਅਤੇ ਮਹੱਤਤਾ ਕਿਉਂ ਹੈ, ਨੀਡ ਐਂਡ ਇੰਪੋਰਟੈਂਸ ਆਫ ਇੰਟੀਗ੍ਰੇਸ਼ਨ ਸਕੂਲ ਕਰਿਕੂਲਮ। ਸਭ ਤੋਂ ਪਹਿਲਾਂ ਗਿਆਨ ਦੀ ਏਕਤਾ ਲਈ, ਫॉर ਯੂਨਿਟੀ ਆਫ ਨੌਲੇਜ। ਕਹਿੰਦੇ ਜੇ ਆਪਾਂ ਨੌਲੇਜ ਦੀ ਯੂਨਿਟੀ ਨੂੰ ਵਧਾਉਣਾ ਹੈ, ਠੀਕ ਹੈ, ਕਾਰਜਕਾਰੀ ਨੂੰ ਵਧਾਉਣਾ ਹੈ, ਤਾਂ ਆਪਾਂ ਕੀ ਕਰ ਸਕਦੇ ਹਾਂ, ਇਸ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਇਕੱਠਾ ਕਰਕੇ ਬੱਚਿਆਂ ਨੂੰ ਦੇ ਸਕਦੇ ਹਾਂ। ਕਹਿੰਦੇ ਪਾਠਕ੍ਰਮ ਵਿੱਚ ਜਦੋਂ ਆਪਾਂ ਅਲੱਗ-ਅਲੱਗ ਵਿਸ਼ਿਆਂ ਬਾਰੇ ਨੌਲੇਜ ਦਿੰਦੇ ਹਾਂ ਬੱਚੇ ਨੂੰ, ਤਾਂ ਉਹਨਾਂ ਵਿੱਚ ਏਕਤਾ ਦੀ ਭਾਵਨਾ ਦੇਖਣ ਨੂੰ ਘੱਟ ਮਿਲਦੀ ਹੈ। ਲੇਕਿਨ ਜੇ ਆਪਾਂ ਟੁਕੜਿਆਂ ਦੇ ਵਿੱਚ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ, ਕਦੇ SST ਦੀ ਦੇਤੀ, ਕਦੇ ਸਾਇੰਸ ਦੀ ਦੇਤੀ, ਕਦੇ ਗਣਿਤ ਦੀ ਦੇਤੀ, ਜੇ ਆਪਾਂ ਇਹਨਾਂ ਵਿਸ਼ਿਆਂ ਨੂੰ ਮਤਲਬ ਇਕੱਠਾ ਕਰਕੇ ਇੱਕ ਟੌਪਿਕ ਨੂੰ ਇਕੱਠਾ ਕਰਕੇ ਬੱਚਿਆਂ ਨੂੰ ਪੜ੍ਹਾਵਾਂਗੇ ਤਾਂ ਯੂਨਿਟੀ ਆਫ ਨੌਲੇਜ ਜਿਹੜੀ ਆਪਾਂ ਨੂੰ ਵੇਖਣ ਲਈ ਮਿਲੇਗੀ। ਭਵਿੱਖਤ ਲੋੜਾਂ ਲਈ ਦਾ ਫਿਊਰਿਸਟਿਕ ਨੀਡਸ, ਉਸ ਤੋਂ ਇਲਾਵਾ ਫਿਊਚਰਿਸਟਿਕ ਨੀਡ, ਭਵਿੱਖਤ ਲੋੜਾਂ ਲਈ ਜਾਂ ਫਿਰ ਫॉर ਫਿਊਚਰਿਸਟਿਕ ਨੀਡਸ। ਜੋ ਆਪਣੀਆਂ ਭਵਿੱਖਤ ਲੋੜਾਂ ਹੈ ਉਹਨਾਂ ਵਿੱਚ ਪਾਠਕ੍ਰਮ ਦਾ ਏਕੀਕਰਨ ਕੀਤਾ ਜਾਣਾ ਤੇ ਜ਼ਰੂਰੀ ਹੈ। ਕਿਉਂਕਿ ਅੱਗੇ ਆਪਾਂ ਦੇਖਦੇ ਆ ਰਹੇ ਹਾਂ ਜਿਸ ਤਰ੍ਹਾਂ ਦੀ ਆਪਣੀ ਐਜੂਕੇਸ਼ਨ ਪ੍ਰਣਾਲੀ ਹੁੰਦੀ ਜਾ ਰਹੀ ਹੈ, ਮੌਜੂਦ ਜਦੋਂ ਆਪਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਇੱਕ ਸਿੰਗਲ ਸਬਜੈਕਟ ਨੂੰ ਪੜ੍ਹਾਉਣਾ ਬਹੁਤ ਹੀ ਡਿਫੀਕਲਟ ਹੋ ਜਾਣਾ ਬੱਚਿਆਂ ਨੂੰ ਪੂਰੀ ਨੌਲੇਜ ਗੇਨ ਕਰਨੀ। ਇਸ ਲਈ ਤਜਰਬੇਕਾਰ ਅਧਿਆਪਕਾਂ ਦੇ ਅੰਡਰ ਰਹਿ ਕੇ ਆਪਾਂ ਬੱਚਿਆਂ ਨੂੰ ਜਿਹੜੀ ਹੈ ਵਧੀਆ ਐਜੂਕੇਸ਼ਨ ਜਿਹੜੀ ਹੈ ਉਹ ਦੇ ਸਕਦੇ ਹਾਂ। ਉਸ ਤੋਂ ਇਲਾਵਾ ਆਪਣਾ ਆ ਜਾਂਦਾ ਹੈ ਵਿਦਿਆਰਥੀ ਕੇਂਦਰਿਤ ਅਧਿਆਪਨ ਲਈ, ਫॉर ਸਟੂਡੈਂਟ ਸੈਂਟਰਡ ਟੀਚਿੰਗ। ਜੇ ਆਪਾਂ ਦੇਖਣਾ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੇਣੀ ਆ ਉਹ ਸਟੂਡੈਂਟ ਸੈਂਟਰਡ ਹੋਵੇ, ਕਿਉਂਕਿ ਆਮ ਤੌਰ 'ਤੇ ਕੀ ਹੁੰਦੀ ਹੈ, ਐਜੂਕੇਸ਼ਨ ਆਪਣੀ ਉਹੀ ਵਧੀਆ ਹੁੰਦੀ ਹੈ ਜੋ ਬੱਚਿਆਂ ਦੇ ਮਾਧਿਅਮ ਦੇ ਰਾਹੀਂ ਆਪਾਂ ਦਿੰਦੇ ਹਾਂ, ਬੱਚਿਆਂ ਨੂੰ ਮੁੱਖ ਰੱਖ ਕੇ ਦਿੰਦੇ ਹਾਂ, ਉਹ ਆਪਣੀ ਕੀ ਹੁੰਦੀ ਹੈ, ਵਧੀਆ ਐਜੂਕੇਸ਼ਨ ਹੁੰਦੀ ਹੈ। ਇਹਦੀ ਫॉर ਦਾ ਸਟੂਡੈਂਟ ਸੈਂਟਰ ਐਜੂਕੇਸ਼ਨ ਦੇ ਭਾਵਨਾ ਨੂੰ ਕਾਇਮ ਰੱਖਣ ਲਈ ਆਪਾਂ ਨੂੰ ਐਜੂਕੇਸ਼ਨ ਦਾ ਏਕੀਕਰਨ ਕਰਨਾ ਬਹੁਤ ਜ਼ਰੂਰੀ ਹੈ। ਮੀਨਿੰਗਫੁਲ ਐਂਡ ਡੈਫੀਨੇਸ਼ਨ ਆਫ ਇੰਟੀਗ੍ਰੇਟਿਡ ਕਰਿਕੂਲਮ ਦੀ ਆਪਾਂ ਦੇਖੀਏ। ਏਕੀਕ੍ਰਿਤ ਪਾਠਕ੍ਰਮ ਉਹ ਹੁੰਦਾ ਜਿਹਦੇ ਵਿੱਚ ਵੱਖ-ਵੱਖ ਗਿਆਨ, ਵੱਖ-ਵੱਖ ਟੌਪਿਕਸ ਹੈ ਜਿਹੜੇ ਉਹਨਾਂ ਨੂੰ ਯੂਨਿਟ ਕਰਕੇ ਇਕੱਠਾ ਕਰਕੇ ਪੜ੍ਹਾਇਆ ਜਾਂਦਾ। ਜਿਵੇਂ ਕਿ ਜਿਹੜੇ ਲੋਕ ਭੌਤਿਕ ਵਿਗਿਆਨ, ਜੀਵ ਵਿਗਿਆਨ, ਗ੍ਰਹਿ ਵਿਗਿਆਨ, ਰਸਾਇਣ ਵਿਗਿਆਨ, ਇਹਨਾਂ ਨੂੰ ਬਿਲਕੁਲ ਵੱਖਰੇ ਵੱਖਰੇ ਵਿਸ਼ੇ ਸਮਝਦੇ ਆ, ਉਹਨਾਂ ਨੂੰ ਕੀ ਕਰ ਸਕਦਾ ਹੈ, ਅਲੱਗ-ਅਲੱਗ ਕੋਰਸ ਮੰਨਦੇ ਆ। ਤਾਂ ਇਹ ਕਹਿ ਸਕਦਾ ਵੀ ਇਹਨਾਂ ਨੂੰ ਇਕੱਠੇ ਮਿਲ ਕੇ ਜੇ ਪੜ੍ਹਾਇਆ ਜਾਵੇ, ਪੜ੍ਹਦਾ ਏਕੀਕ੍ਰਿਤ ਕੀਤਾ ਜਾਵੇ, ਤਾਂ ਬੱਚਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦੇਣੀ ਬਹੁਤ ਜ਼ਿਆਦਾ ਵਧੀਆ ਹੋ ਸਕਦੀ ਹੈ ਅਤੇ ਬੱਚੇ ਉਹਨਾਂ ਵਿਸ਼ਿਆਂ ਨੂੰ ਡਿਫਰੈਂਸ਼ੀਏਟ ਕਰਕੇ ਚੰਗੀ ਤਰ੍ਹਾਂ ਸਮਝ ਸਕਦੇ ਜੇ ਆਪਾਂ ਇੱਕੋ ਹੀ ਕਲਾਸ ਦੇ ਵਿੱਚ ਸਾਰੇ ਵਿਸ਼ਿਆਂ ਦੀ ਜਿਹੜੀ ਹੈ ਉਹ ਜਾਣਕਾਰੀ ਆਪਾਂ ਬੱਚਿਆਂ ਨੂੰ ਦੇਣੀ। ਹੁਣ ਦੇਖੋ ਜਿਵੇਂ ਦਿੱਤਾ ਹੋਇਆ ਇਹਨਾਂ ਨੇ ਥੋੜ੍ਹਾ ਜਿਹਾ ਬਣਾਇਆ ਹੋਇਆ, ਕਿੱਤਾ ਮੁਖੀ ਅਤੇ ਤਕਨੀਕੀ ਸਿੱਖਿਆ ਹੋ ਗਈ, ਗਣਿਤ, ELL, ਭਾਸ਼ਾ, ਦੁਨਿਆਵੀ ਮਸਲੇ, ਮਤਲਬ ਸਾਰਿਆਂ ਨੂੰ ਆਪਾਂ ਕੰਬਾਈਨ ਕਰਕੇ ਜਦੋਂ ਆਪਾਂ ਇੱਕ ਐਜੂਕੇਸ਼ਨ ਦਿੰਦੇ ਹਾਂ ਤਾਂ ਉਹ ਆਪਣੀ ਏਕੀਕਰਨ ਬਣ ਜਾਂਦੀ ਹੈ, ਇੰਟੀਗ੍ਰੇਟਿਡ ਐਜੂਕੇਸ਼ਨ ਬਣ ਜਾਂਦੀ ਹੈ। ਇਹਦੇ ਵਿੱਚ ਕੀ ਹੋ ਸਕਦਾ, ਵਿਸ਼ਿਆਂ ਦਾ ਜੋੜ, ਪ੍ਰੋਜੈਕਟਾਂ ਦਾ ਜੋੜ, ਅਜਿਹੇ ਸੋਮੇ ਜਿਨ੍ਹਾਂ ਵਿੱਚ ਪਾਠ ਪੁਸਤਕ ਤੋਂ ਅਲੱਗ ਸਮਝੇ ਜਾਂਦੇ ਆ, ਧਾਰਨਾਵਾਂ ਵਿਚਕਾਰ ਸੰਬੰਧ ਹੋ ਜਾਂਦਾ, ਲਚੀਲੇ ਸ਼ਡਿਊਲ ਹੋ ਜਾਂਦੇ ਆ, ਸੰਗਠਨ ਸਿਧਾਂਤਾਂ ਵਜੋਂ ਵਿਸ਼ਿਆਂ ਦੀਆਂ ਇਕਾਈਆਂ ਲਿਖੀਆਂ ਜਾਂਦੀਆਂ। ਹੁਣ ਉਸ ਤੋਂ ਬਾਅਦ ਇਹਦੇ ਵਿੱਚ ਆ ਜਾਂਦਾ ਮੇਨ ਕੰਸੈਪਟ ਕੀ ਆ, ਇਨਕਲੂਡਿੰਗ ਇੰਟੀਗ੍ਰੇਟਿਡ ਜਿਹੜਾ ਆਪਣਾ ਕਰਿਕੂਲਮ ਹੈ, ਏਕੀਕ੍ਰਿਤ ਪਾਠਕ੍ਰਮ ਵਿੱਚ ਸ਼ਾਮਿਲ ਮੁੱਖ ਧਾਰਨਾਵਾਂ ਕੀ ਹੈ। ਧਾਰਨਾਵਾਂ ਕੀ ਮੰਨਿਆ ਜਾਂਦਾ, ਕਹਿੰਦੇ ਸਿੱਖਿਆ ਕੈਰੀਅਰ ਦੇ ਵਿਸ਼ੇ ਦੇ ਸੰਦਰਭ ਵਿੱਚ ਕਿਸੇ ਧਾਰਨਾ, ਮੁੱਦੇ, ਸਮੱਸਿਆ, ਅਨੁਭਵ ਦੇ ਆਲੇ ਦੁਆਲੇ ਘੁੰਮਦੀ ਹੈ। ਕਿਉਂਕਿ ਦੇਖੋ ਆਮ ਤੌਰ 'ਤੇ ਬੇਸਿਕਲੀ ਆਪਾਂ ਕੀ ਕਰਨਾ, ਕੋਈ ਵੀ ਜੇ ਆਪਣੇ ਕੋਲ ਕੋਈ ਪ੍ਰੋਬਲਮ ਹੈ ਜਿਹੜੀ ਆਪਣੀ ਉਹ ਕਿਹਦੇ ਆਲੇ ਦੁਆਲੇ ਸਿੱਖਿਆ ਆਪਣੀ ਬੇਸਿਕ ਪ੍ਰੋਬਲਮ ਦੇ ਆਲੇ ਦੁਆਲੇ ਘੁੰਮਣ ਵਾਲੀ ਹੀ ਹੋਣੀ ਚਾਹੀਦੀ ਹੈ, ਤਾਂ ਕਿ ਆਪਾਂ ਆਪਣੀ ਜ਼ਿੰਦਗੀ ਦੀਆਂ ਬੇਸਿਕ ਪ੍ਰੋਬਲਮ ਨੂੰ ਕੀ ਕਰ ਸਕੀਏ, ਸੋਲਵ ਕਰ ਸਕੀਏ। ਵਿਦਿਆਰਥੀ ਜੋ ਵੀ ਕਲਾਸਾਂ ਦੇ ਵਿਸ਼ੇ ਵਿੱਚ ਪੜ੍ਹਦੇ ਆ, ਅਕੈਡਮਿਕ ਵਿਸ਼ੇ ਵਿੱਚ ਪੜ੍ਹਦੇ ਆ, ਉਹ ਉਹਨਾਂ ਦੀਆਂ ਧਾਰਨਾਵਾਂ ਨਾਲ ਜੁੜਨ, ਮਤਲਬ ਜੋ ਉਹਨਾਂ ਦੀ ਬੇਸਿਕ ਲਾਈਫ ਹੈ ਉਹਦੇ ਨਾਲ ਜੁੜ ਕੇ ਉਹਨਾਂ ਨੂੰ ਪੜ੍ਹ ਸਕਣ।
ਉਸ ਤੋਂ ਇਲਾਵਾ ਕੰਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਵਿਦਿਆਰਥੀਆਂ ਨੂੰ ਆਪਾਂ ਕ੍ਰੈਮਿੰਗ ਨਹੀਂ ਕਰਵਾਉਣੀ, ਜੋ ਵੀ ਕੰਸੈਪਟ ਚੱਲਦੇ ਆ ਬੱਚੇ ਉਹਨਾਂ ਕੰਸੈਪਟ ਨੂੰ ਸਮਝ ਕੇ ਅੱਗੇ ਚੱਲਣ ਦੀ ਕੋਸ਼ਿਸ਼ ਕਰਨ। ਕਿਸਮਾਂ ਅੱਗੇ ਦਿੱਤੀਆਂ ਹੋਈਆਂ ਟਾਈਪਸ ਆਫ ਕਰਿਕੂਲਮ ਇੰਟੀਗ੍ਰੇਸ਼ਨ। ਇੱਕ ਤਾਂ ਹੋਗੀ ਅੰਤਰ ਅਨੁਸ਼ਾਸਨੀ ਦ੍ਰਿਸ਼ਟੀ, ਇੰਟਰਡਿਸਪਲਿਨਰੀ ਅਪਰੋਚ, ਬਹੁ ਅਨੁਸ਼ਾਸਨੀ ਮਲਟੀ ਡਿਸਪਲਿਨਰੀ ਅਪਰੋਚ, ਪਾਰ ਅਨੁਸ਼ਾਸਨੀ ਟਰਾਂਸ ਡਿਸਪਲਿਨਰੀ ਅਪਰੋਚ। ਇਹ ਤਿੰਨ ਜਿਹੜੀਆਂ ਧਾਰਨਾਵਾਂ ਬੇਸਿਕਲੀ ਆਪਾਂ ਨੂੰ ਦੇਖਣ ਵਿੱਚ ਮਿਲਦੀਆਂ ਹੈਗੀਆਂ। ਅੰਤਰ ਅਨੁਸ਼ਾਸਨੀ ਦ੍ਰਿਸ਼ਟੀ ਦੇ ਵਿੱਚ ਕੀ ਹੈ, ਉਦੋਂ ਹੁੰਦਾ ਜਦੋਂ ਅਧਿਆਪਕ ਕਿਸੇ ਵਿਸ਼ੇ ਖੇਤਰ ਵਿਚਾਲੇ ਉਪ ਵਿਸ਼ਿਆਂ ਨੂੰ ਆਪਸ 'ਚ ਪੜ੍ਹਦੇ ਆ। ਪੜ੍ਹਨਾ ਲਿਖਣਾ ਮੌਖਿਕ ਇੱਕ ਸਧਾਰਨ ਮਿਸ਼ਨ ਹੈ ਜਿਹਦੇ ਵਿੱਚ ਇੱਕ ਵਿਸ਼ੇ ਦੇ ਸੰਬੰਧ ਵਿੱਚ ਹੀ ਜਾਣਕਾਰੀ ਹੈ, ਵਿਸ਼ੇ ਨਾਲ ਸੰਬੰਧਿਤ ਹੀ ਜਾਣਕਾਰੀ ਦਿੱਤੀ ਜਾਊਗੀ, ਉਹਨੂੰ ਆਪਾਂ ਅੰਤਰ ਅਨੁਸ਼ਾਸਨੀ। ਬਹੁ ਅਨੁਸ਼ਾਸਨੀ ਜਿਹਦੇ ਵਿੱਚ ਵਿਸ਼ੇ ਨੂੰ ਲੈ ਕੇ ਉਸ ਤੋਂ ਇਲਾਵਾ ਉਹਦੇ ਨਾਲ ਮਿਲਦੇ ਜੁਲਦੀਆਂ ਕਿਹੜੀਆਂ ਕਿਰਿਆਵਾਂ ਉਹਨਾਂ ਸਾਰਿਆਂ ਬਾਰੇ ਜਾਣਕਾਰੀ ਦਿੰਦੇ ਆ, ਤਾਂ ਉਹ ਬਹੁ ਅਨੁਸ਼ਾਸਨੀ ਬਣ ਜਾਂਦੀ ਹੈ। ਪਾਰ ਅਨੁਸ਼ਾਸਨੀ ਜਿਹਦੇ ਵਿੱਚ ਅਧਿਆਪਕ ਵੱਲੋਂ ਜੋ ਵੀ ਟੌਪਿਕ ਪੜ੍ਹਾਏ ਜਾਂਦੇ ਆ, ਵਿਦਿਆਰਥੀਆਂ ਵੱਲੋਂ ਉਹਦੇ ਉੱਪਰ ਕੋਈ ਪ੍ਰਸ਼ਨ ਕੀਤੇ ਜਾਂਦੇ ਆ, ਉਹਦੇ ਅਕੋਰਡਿੰਗ ਪਾਠਕ੍ਰਮ ਬਣਾਇਆ ਜਾਂਦਾ, ਤਾਂ ਉਹ ਹੋ ਜਾਂਦੀ ਆਪਣੀ ਪਾਰ ਅਨੁਸ਼ਾਸਨੀ ਦ੍ਰਿਸ਼ਟੀ ਜਿਹੜੀ ਬਣਦੀ। ਇਹ ਡਾਇਗਰਾਮ ਸਟੂਡੈਂਟ ਤੁਸੀਂ ਨਾਲ ਜ਼ਰੂਰ ਬਣਾਉਣੇ ਆ ਕਿਉਂਕਿ ਡਾਇਗਰਾਮਸ ਦਾ ਇੱਕ ਵਧੀਆ ਕੰਟਰੀਬਿਊਸ਼ਨ ਰਹਿੰਦਾ ਹੈਗਾ। ਉਸ ਤੋਂ ਇਲਾਵਾ ਇਹਦੇ ਲਾਭ ਕੀ ਆ ਜਾਂਦੇ ਆ ਰਾਜੇ, ਇੱਕ ਤਾਂ ਅਲਾਉਇੰਗ ਆਫ ਫਲੈਕਸੀਬਿਲਿਟੀ, ਲਚਕੀਲਾਪਨ ਹੁੰਦਾ, ਚੇਂਜ ਕਰ ਸਕਦੇ, ਯੂਨੀਫਾਈਂਗ ਆਫ ਸਟੂਡੈਂਟ, ਵਿਦਿਆਰਥੀਆਂ ਨੂੰ ਸਿੱਖਣ ਵਿੱਚ ਇਕਸਾਰਤਾ ਮਿਲਦੀ, ਸਾਰੇ ਵਿਦਿਆਰਥੀ ਇੱਕੋ ਜਿਹੀ ਐਜੂਕੇਸ਼ਨ ਗੇਨ ਕਰਦੇ ਆ। ਬਿਲਡਿੰਗ ਆਫ ਪ੍ਰਿਓਰ ਨੌਲੇਜ ਐਂਡ ਐਕਸਪੀਰੀਅੰਸ, ਜਿਹੜੀ ਪਿਛਲੀ ਨੌਲੇਜ ਜਦੋਂ ਬੱਚੇ ਨੂੰ ਕਲਾਸ ਦੇ ਵਿੱਚ ਪੜ੍ਹਾਇਆ ਜਾਂਦਾ ਤਾਂ ਪਿਛਲੀ ਨੌਲੇਜ ਵੀ ਬੱਚੇ ਦੀ ਚੈੱਕ ਕੀਤੀ ਜਾਂਦੀ ਹੈ। ਅਸਲ ਦੁਨੀਆ ਦਾ ਪ੍ਰਤੀਬਿੰਬ, ਮਤਲਬ ਜਿਹੜੀਆਂ ਐਕਚੁਅਲ ਲਾਈਫ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਬੱਚਾ ਸੋਲਵ ਕਰਨਾ ਸਿੱਖ ਜਾਂਦਾ ਹੈ ਕਿ ਵਿਦਿਆਰਥੀਆਂ ਦੀ ਜਿਹੜੀ ਸੋਚ ਹੁੰਦੀ ਹੈ ਉਹਦੇ ਨਾਲ ਤਾਲਮੇਲ ਸਥਾਪਿਤ ਕਰਨਾ ਈਜ਼ੀ ਹੋ ਜਾਂਦਾ ਹੈ। ਉਸ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਟੌਪਿਕ ਆਉਂਦਾ ਉਹ ਆਉਂਦਾ ਇੰਟੀਗ੍ਰੇਸ਼ਨ ਸਕੂਲ ਕਰਿਕੂਲਮ ਵਿਦ ਫਿਊਚਰਿਸਟਿਕ ਨੀਡਸ। ਭਵਿੱਖਤ ਨੀਡਸ ਦੇ ਅਕੋਰਡਿੰਗ ਆਪਾਂ ਇਹਨੂੰ ਕਿਵੇਂ ਚਲਾ ਸਕਦੇ ਹਾਂ। ਕਹਿੰਦੇ ਹੁਣ ਆਪਾਂ ਕੀ ਹੈ 21ਵੀਂ ਸਦੀ ਵਿੱਚ ਰਹਿ ਰਹੇ ਹਾਂ, 21ਵੀਂ ਸਦੀ ਦੇ ਵਿਦਿਆਰਥੀਆਂ ਦੀ ਜ਼ਰੂਰਤ 20ਵੀਂ ਸਦੀ ਦੇ ਜਿਹੜੇ ਵਿਦਿਆਰਥੀ ਉਹਨਾਂ ਨਾਲੋਂ ਬਹੁਤ ਜ਼ਿਆਦਾ ਹੋਣਗੀਆਂ ਕਿਉਂਕਿ 21ਵੀਂ ਸਦੀ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਹੋ ਚੁੱਕੇ ਹੈ। ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਕੰਪੀਟੀਸ਼ਨ ਆਪਾਂ ਦੇਖਦੇ ਹਾਂ ਬਹੁਤ ਤੇਜ਼ੀ ਨਾਲ ਵੱਧ ਗਿਆ, ਟੈਕਨੋਲੋਜੀ ਬਹੁਤ ਆ ਚੁੱਕੀ ਹੈ, ਕੰਪਿਊਟਰ ਨੈਟਵਰਕ, ਇੰਟਰਨੈਟ, ਬਹੁਤ ਸਾਰੀਆਂ ਟੈਕਨੋਲੋਜੀ ਜਿਹੜੀਆਂ ਉਹ ਜੁੜ ਚੁੱਕੀਆਂ ਹੈਗੀਆਂ। ਪੁਰਾਣੇ ਸਮੇਂ ਵਿੱਚ ਤਾਂ ਸਿਰਫ ਗੁਰੂ ਜਿਵੇਂ ਬੱਚਿਆਂ ਨੂੰ ਗਿਆਨ ਦੇ ਦਿੰਦੇ ਸੀ ਉਹ ਸਫੀਸ਼ੀਐਂਟ ਹੁੰਦਾ ਸੀ, ਪਰ ਅੱਜ ਦੇ ਸਮੇਂ ਵਿੱਚ ਉਹ ਗਿਆਨ ਜਿਹੜਾ ਹੈਗਾ ਉਹ ਸਫੀਸ਼ੀਐਂਟ ਨਹੀਂ ਹੁੰਦਾ। ਅਧਿਆਪਕਾਂ ਦੀ ਮਾਧਿਅਮ ਨਾਲ, ਜਨ ਸੰਚਾਰ ਦੀ ਮਾਧਿਅਮ ਨਾਲ ਬੱਚੇ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਗ੍ਰਹਿਣ ਕਰ ਸਕਦੇ ਆ, ਗਿਆਨ ਗ੍ਰਹਿਣ ਕਰ ਸਕਦੇ। ਤਾਂ ਉਸ ਲਈ ਕੀ ਹੈ ਇੰਟੀਗ੍ਰੇਟਿਡ ਐਜੂਕੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹਦੇ ਵਿੱਚ ਬੱਚਾ ਇੱਕ ਸੋਰਸ ਤੋਂ ਹੀ ਵੱਖਰੇ ਵੱਖਰੇ ਸਬਜੈਕਟ ਦੀ ਜਿਹੜੀ ਹੈ ਉਹ ਜਾਣਕਾਰੀ ਪ੍ਰਾਪਤ ਕਰ ਸਕੇ। ਤਾਂ ਰੀਜ਼ਨ ਫॉर ਡਿਵੈਲਪਿੰਗ ਦਾ ਫਿਊਚਰ ਨੀਡਸ ਹੈ। ਇਹਦੇ ਨਾਲ ਕੀ ਹੈ ਆਪਣੀਆਂ ਸਾਈਬਰ ਯੁੱਗ, ਟੈਕਨੋਲੋਜੀਕਲ ਯੁੱਗ ਵਿੱਚ ਆਪਾਂ ਅੱਗੇ ਜਾ ਸਕਦੇ ਹਾਂ। ਦ੍ਰਿਸ਼ਟੀਕੋਣ ਦੇ ਵਿੱਚ ਚੇਂਜਿਸ ਆਉਣਗੇ, ਆਪਣੀ ਇਕਨੋਮਿਕ ਕੰਡੀਸ਼ਨ ਵਧੀਆ ਹੋਊਗੀ, ਇੰਡੀਵਿਜੂਅਲੀ ਵੀ ਆਪਾਂ ਆਪਦਾ ਨਿੱਜੀਕਰਨ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਫॉर ਵਰਲਡ ਲਈ ਵੀ ਇਹ ਜ਼ਰੂਰੀ ਹੈ, ਧਰਮ ਨਿਰਪੱਖਤਾ ਲਈ ਜ਼ਰੂਰੀ ਹੈ, ਮਤਲਬ ਹਰੇਕ ਧਰਮ ਦੇ ਲੋਕਾਂ ਲਈ ਗਿਆਨ ਦਾ ਵਿਸਫੋਟ ਹੈ, ਆਪਾਂ ਨੂੰ ਨੌਲੇਜ ਜਿਹੜੀ ਹੈ ਬਹੁਤ ਜ਼ਿਆਦਾ ਮਾਤਰਾ ਵਿੱਚ ਮਿਲ ਜੇਗੀ। ਸੰਸਾਰ ਵਿਸਫੋਟ ਹੈ, ਕਿੱਤਾ ਮੁਖੀ ਰੁਝਾਨ ਜਿਹੜੇ ਵਿਦਿਆਰਥੀਆਂ ਨੂੰ ਮਿਲ ਜਾਣਗੇ ਅਤੇ ਪਦਾਰਥਵਾਦ ਅਤੇ ਅਧਿਆਤਮਕਵਾਦ ਵਿੱਚ ਸੰਤੁਲਨ ਬਣਾ ਕੇ ਰੱਖਣ ਵਿੱਚ ਹੈਲਪ ਕਰਦਾ। ਉਸ ਤੋਂ ਇਲਾਵਾ ਕਹਿੰਦੇ ਨਵੀਨ ਪਰਿਵਰਤਨਾਂ ਦੁਆਰਾ ਪ੍ਰਭਾਵਿਤ ਪਾਠਕ੍ਰਮ ਦੇ ਮੁੱਖ ਖੇਤਰ ਕੀ ਹੈ। ਪਾਠਕ੍ਰਮ ਦਾ ਇੱਕ ਤਾਂ ਉਦਾਰੀਕਰਨ ਹੋ ਸਕਦਾ ਹੈ, ਪਾਠਕ੍ਰਮ ਦਾ ਇਹ ਉਹੀ ਪੁਆਇੰਟ ਹੈ ਜੀ, ਇਹਨਾਂ ਨੂੰ ਤੁਸੀਂ ਦੁਬਾਰਾ ਪੜ੍ਹ ਲੈਣਾ, ਸਿਰਫ ਅੱਗੇ ਸਿੱਖਿਆ ਵਰਡ ਜਿਹੜਾ ਯੂਜ਼ ਕੀਤਾ ਹੋਇਆ ਹੈ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਸਕੂਲੀ ਪਾਠਕ੍ਰਮ ਦਾ ਕਿੱਤਾ ਮੁਖੀ ਝੁਕਾਅ ਨਾਲ ਏਕੀਕਰਨ, ਇੰਟੀਗ੍ਰੇਸ਼ਨ ਸਕੂਲ ਕਰਿਕੂਲਮ ਵਿਦ ਵੋਕੇਸ਼ਨਲ ਬੇਸਿਸ। ਹੁਣ ਕਹਿੰਦਾ ਕਿੱਤਾ ਮੁਖੀਕਰਨ ਦਾ ਕੀ ਅਰਥ ਹੈ ਵੀ ਟੈਕਨੋਲੋਜੀ ਨੂੰ ਸਿੱਖ ਕੇ, ਨਵੇਂ ਉਪਕਰਨਾਂ ਨੂੰ ਕਿਵੇਂ ਚਲਾਉਣਾ ਉਹਨਾਂ ਨੂੰ ਸਿੱਖ ਕੇ ਵਿਦਿਆਰਥੀਆਂ ਵਿੱਚ ਨਵੇਂ ਹੁਨਰ ਦਾ ਗਿਆਨ ਹੋ ਸਕਦਾ। ਉਹਦੇ ਨਾਲ ਕੀ ਹੈ ਜਦੋਂ ਪ੍ਰਯੋਗਾਤਮਕ, ਜਦੋਂ ਪ੍ਰੈਕਟੀਕਲ ਨੌਲੇਜ ਵਿਦਿਆਰਥੀ ਲੈਣਗੇ ਆਪਣੀ ਐਕਚੁਅਲ ਲਾਈਫ ਦੇ ਵਿੱਚ, ਤਾਂ ਪ੍ਰੈਕਟੀਕਲ ਨੌਲੇਜ ਹੀ ਕੰਮ ਆਉਂਦੀ ਹੈ। ਕਿਉਂਕਿ ਜਦੋਂ ਆਪਾਂ ਅੱਗੇ ਆਪਾਂ ਜੇ ਐਜੂਕੇਸ਼ਨ ਵੀ ਲੈ ਰਹੇ, ਆਪਣਾ ਮਕਸਦ ਕੀ ਆਪਾਂ ਵਧੀਆ ਕਮਾਈ ਕਰ ਸਕੀਏ, ਵਧੀਆ ਆਪਣਾ ਸੋਰਸ ਆਫ ਇਨਕਮ ਆਪਾਂ ਨੂੰ ਮਿਲ ਸਕੇ, ਤਾਂ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਾਂ ਕਰਦੇ ਹਾਂ। ਤਾਂ ਕਿੱਤਾ ਮੁਖੀ ਚੀਜ਼ਾਂ ਨਾਲ ਆਪਾਂ ਕੀ ਕਰ ਸਕਦੇ ਹੈਗੇ, ਵਧੀਆ ਤਰੀਕੇ ਦੀ ਐਜੂਕੇਸ਼ਨ ਹੈ ਜਿਹੜੀ ਗ੍ਰਹਿਣ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਆਪਾਂ ਬੇਸਿਕਲੀ ਕੀ ਦੇਖਣਾ ਵੀ ਜਿਹੜੀ ਇੱਕ ਤਾਂ ਟੈਕਨੋਲੋਜੀਕਲ ਐਜੂਕੇਸ਼ਨ ਵਧੀਆ ਤਰੀਕੇ ਦੀ ਹੋਣੀ ਚਾਹੀਦੀ ਹੈ। ਹੁਣ ਇਹਦੇ ਵਿੱਚ ਆਪਣੇ ਰੀਜ਼ਨ ਕੀ ਹੈ ਵੋਕੇਸ਼ਨਲ ਐਜੂਕੇਸ਼ਨ ਗ੍ਰਹਿਣ ਕਰਨ ਦੀ। ਸਭ ਤੋਂ ਪਹਿਲਾਂ ਅਕੈਡਮਿਕ ਆਧਾਰਿਤ ਵਿਵਸਥਾ, ਅਕੈਡਮਿਕ ਓਰੀਐਂਟਡ ਸਿਸਟਮ ਹੈ ਆਪਣਾ। ਕਹਿੰਦਾ ਜਿਹੜਾ ਆਪਾਂ ਕਿੱਤਾ ਮੁਖੀ ਸਿੱਖਿਆ ਗ੍ਰਹਿਣ ਕਰਦੇ ਹਾਂ ਉਹ ਆਪਣੀ ਅਕੈਡਮਿਕ ਨਾਲ ਵੀ ਜੁੜਦਾ। ਕਿਸ ਤਰ੍ਹਾਂ ਜੁੜਦਾ, ਕਿਉਂਕਿ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ +2 ਵਾਲੇ ਜਿਹੜੇ ਵਿਦਿਆਰਥੀ ਹੁੰਦੇ ਉਹਨਾਂ ਨੂੰ ਵੋਕੇਸ਼ਨਲ ਐਜੂਕੇਸ਼ਨ ਦਿੱਤੀ ਜਾਂਦੀ ਹੈ। ਵੋਕੇਸ਼ਨਲ ਐਜੂਕੇਸ਼ਨ ਪ੍ਰਾਪਤ ਕਰਨ ਨਾਲ ਕੀ ਹੁੰਦਾ, ਆਪਾਂ ਜਿਹੜੇ ਆਪਣੀਆਂ ਫਿਊਚਰ ਦੇ ਵਿੱਚ ਆਪਣੀਆਂ ਜਿਹੜੀਆਂ ਬਿਹਤਰ ਜਿਹੜਾ ਹੈਗਾ ਆਪਣਾ ਫਿਊਚਰ ਬਣਾ ਸਕਦੇ ਹਾਂ, ਅੱਗੇ ਜਾ ਕੇ ਵਧੀਆ ਨੌਕਰੀਆਂ ਜਿਹੜੀਆਂ ਉਹ ਪ੍ਰਾਪਤ ਕਰ ਸਕਦੇ ਹਾਂ।
ਸਫੇਦ ਕਲਰ ਨੌਕਰੀਆਂ ਤੇ ਜੋ ਸਟ੍ਰੈਸ ਆਫ ਵਾਈਟ ਕਲਰ ਜੋਬ ਜਿਹੜੇ ਉਹਨਾਂ ਤੇ ਆਪਾਂ ਨੂੰ ਮਿਲ ਸਕਦਾ ਹੈ। ਟੀਚਰਸ ਵਿਊ ਜਿਹੜੇ ਆ ਅਲੱਗ-ਅਲੱਗ ਮਿਲ ਸਕਦੇ ਆ। ਗਵਰਨਮੈਂਟ ਇਨਸੈਂਟਿਵ ਜਾਂ ਜੋ ਗਵਰਨਮੈਂਟ ਹੈਲਪ ਕਰਦੀ ਉਹ ਮਿਲ ਸਕਦਾ ਹੈ। ਪ੍ਰੈਜੈਂਟ ਕਰਿਕੂਲਮ ਨੂੰ ਆਪਾਂ ਉਹਦਾ ਹਿੱਸਾ ਬਣਾ ਸਕਦੇ ਹਾਂ। ਅਤੇ ਜਿਹੜਾ ਭੇਦਭਾਵ ਇੱਕ ਸੈਕਸ਼ੂਅਲ ਬੇਸਡ ਜਿਹੜਾ ਐਜੂਕੇਸ਼ਨ ਨੂੰ ਭੇਦਭਾਵ ਹੈ, ਜੈਂਡਰ ਬੇਸਿਸ ਜਿਹੜਾ ਭੇਦਭਾਵ ਹੈ, ਉਹ ਜਿਹੜਾ ਹੈਗਾ ਵੋਕੇਸ਼ਨਲ ਐਜੂਕੇਸ਼ਨ ਦੇ ਵਿੱਚ ਕਾਫੀ ਹੱਦ ਤੱਕ ਆਪਾਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਸਾਰੀਆਂ ਇਹ ਤਾਂ ਆਪਣੇ ਪ੍ਰੋਬਲਮ ਜਿਹੜੀਆਂ ਆਪਾਂ ਫੇਸ ਕਰਦੇ ਹਾਂ ਨਾ, ਪ੍ਰੋਬਲਮਸ ਦੇ ਆਪਾਂ ਸੋਲਿਊਸ਼ਨ ਕੀ ਲੱਭ ਸਕਦੇ ਹਾਂ ਜੇ ਆਪਾਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਈਏ, ਰਸਮੀ ਅਤੇ ਗੈਰ ਰਸਮੀ ਪਾਠਕ੍ਰਮ ਵਿੱਚ ਜੋੜ ਦਈਏ। ਉਸ ਤੋਂ ਇਲਾਵਾ ਬੋਇਜ਼ ਅਤੇ ਗਰਲਜ਼ ਨੂੰ ਇਕੁਅਲ ਐਜੂਕੇਸ਼ਨ ਜੇ ਆਪਾਂ ਪ੍ਰੋਵਾਈਡ ਕਰ ਦਈਏ ਤਾਂ ਇਹਨਾਂ ਸਮੱਸਿਆਵਾਂ ਦੇ ਆਪਾਂ ਸੋਲਿਊਸ਼ਨ ਜਿਹੜੇ ਆ ਉਹ ਪਾ ਸਕਦੇ ਹਾਂ। ਲਾਸਟ ਇਹਦੇ ਵਿੱਚ ਆਪਣੇ ਕੋਲ ਟੌਪਿਕ ਆ ਜਾਂਦਾ ਹੈ ਸਕਿੱਲਸ ਡਿਵੈਲਪਮੈਂਟ ਕਰਿਕੂਲਮ। ਸਕਿੱਲਸ ਕੀ ਹੁੰਦੇ ਆ ਜੋ ਹਰੇਕ ਵਿਅਕਤੀ ਦੇ ਅੰਦਰ ਇੱਕ ਆਪਾਂ ਕਹਿੰਦੇ ਹਾਂ ਇੱਕ ਹਿਡਨ ਟੈਲੈਂਟ ਹੁੰਦਾ, ਦੈਟ ਆਰ ਸਕਿੱਲਸ ਆਫ ਦਾ ਸਟੂਡੈਂਟ। ਤਾਂ ਉਹਦੇ ਵਿੱਚ ਕੀ ਹੈ, ਆਪਾਂ ਬੱਚੇ ਦੀ ਜਿਹੜੀ ਦੇਖਦੇ ਹਾਂ ਉਹਨਾਂ ਦੀ ਰੁਚੀ ਕਿਸ ਚੀਜ਼ ਵਿੱਚ ਹੈ। ਜਿਹੜੀ ਬੱਚੇ ਦੀ ਰੁਚੀ ਹੁੰਦੀ ਹੈ ਉਸ ਰੁਚੀ ਦੇ ਅਕੋਰਡਿੰਗ ਬੱਚਿਆਂ ਨੂੰ ਆਪਦਾ ਫਿਊਚਰ ਚੂਜ਼ ਕਰਨ ਲਈ ਐਜੂਕੇਸ਼ਨ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਹੁਣ ਸਕਿੱਲ ਡਿਵੈਲਪਮੈਂਟ ਕਰਿਕੂਲਮ ਦੇ ਵਿੱਚ ਆਪਾਂ ਰਸਮੀ ਅਤੇ ਗੈਰ ਰਸਮੀ, ਇੱਕ ਛੋਟਾ ਰਸਮੀ ਭਾਗ ਅਤੇ ਇੱਕ ਗੈਰ ਰਸਮੀ ਦਿਸ਼ਾ ਦੋਨੇ ਹੀ ਗ੍ਰਹਿਣ ਕਰਕੇ ਚੱਲਦੇ ਹਾਂ। ਹੁਣ ਇਹਦੇ ਵਿੱਚ ਦੋ ਬੁਨਿਆਦੀ ਆਪਣੇ ਕੌਸ਼ਲ ਦਾ ਵਿਕਾਸ ਹੁੰਦਾ, ਰਸਮੀ ਅਤੇ ਗੈਰ ਰਸਮੀ ਹੋ ਗਏ। ਉਸ ਤੋਂ ਇਲਾਵਾ ਆਪਣੇ ਜਿਹੜੇ ਪਾਠਕ੍ਰਮ ਹੈ, ਇੱਕ ਜਿਹੜੇ ਪੁਰਾਣੇ ਜਿਹੜੇ ਆਪਣੇ ਪਾਠਕ੍ਰਮ ਚੱਲ ਰਹੇ ਆ ਉਹਨਾਂ ਵਿੱਚ ਕੀ ਹੈ, ਕਿੱਤਾ ਮੁਖੀ ਜਿਹੜੀ ਹੈਗੀ ਵੋਕੇਸ਼ਨਲ ਐਜੂਕੇਸ਼ਨ ਨੂੰ ਜ਼ਿਆਦਾ ਹਿੱਸਾ ਦਿੱਤਾ ਗਿਆ, ਜਦਕਿ ਸਕਿੱਲਸ ਐਜੂਕੇਸ਼ਨ ਨੂੰ ਆਪਾਂ ਘੱਟ ਹਿੱਸਾ ਪ੍ਰੋਵਾਈਡ ਕਰਦੇ ਹਾਂ। ਇਸ ਲਈ ਬੇਰੁਜ਼ਗਾਰੀ ਦੀ ਸਮੱਸਿਆ ਆਪਾਂ ਨੂੰ ਜ਼ਿਆਦਾ ਦੇਖਣ ਲਈ ਮਿਲਦੀ ਹੈ। ਇਸ ਲਈ ਜ਼ਰੂਰੀ ਹੈ ਕਿ ਜਿਹੜੀ ਆਪਣੀ ਸਿੱਖਿਆ ਹੈਗੀ ਉਹ ਕੀ ਹੋਣੀ ਚਾਹੀਦੀ ਹੈ, ਕਰਿਕੂਲਮ ਜਿਹੜਾ ਹੈਗਾ ਉਹ ਆਪਣਾ ਚੇਂਜ ਹੋਣਾ ਚਾਹੀਦਾ ਹੈ। ਇਨਫਰਾਸਟਰਕਚਰ ਕੌਂਸਟਰੈਂਟ ਜਿਹੜੇ ਹੋ ਜਾਂਦੇ ਆ, ITI ਦੀਆਂ ਜਿਹੜੀਆਂ ਐਜੂਕੇਸ਼ਨਸ ਹੈ ਉਹੀ ਇਕੱਲੀਆਂ ਕਾਫੀ ਨਹੀਂ ਹੋ ਜਾਂਦੀਆਂ। ਸਿਰਫ ਪ੍ਰੈਕਟੀਕਲ ਨੌਲੇਜ ਅਤੇ ਬੱਚਿਆਂ ਦੀਆਂ ਕਾਰਜਸ਼ੀਲ ਇਕਵਿਪਮੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਐਜੂਕੇਸ਼ਨ ਹੈ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਹੈ। ਤਾਂ ਸਟੂਡੈਂਟ ਇਹ ਸਾਰੇ ਟੌਪਿਕ ਤੁਸੀਂ ਇੱਕ ਵਾਰ ਰੀਡ ਆਊਟ ਕਰ ਲਿਓ। ਜੇ ਸਟਿਲ ਤੁਹਾਨੂੰ ਕੋਈ ਇਹਦੇ ਵਿੱਚ ਕੋਈ ਟੌਪਿਕ ਦੇ ਵਿੱਚ ਡਾਊਟ ਆਉਂਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦੀ ਜੋ ਵੀ ਹੈਗੀ ਹੈ ਡਾਊਟਸ ਉਹ ਲੀਵ ਕਰ ਸਕਦੇ ਹੋ।